ਮੇਰੇ ਵਿਆਹ ਨੂੰ ਹਾਲੇ 3 ਮਹੀਨੇ ਹੀ ਹੋਏ ਸੀ ਤੇ ਜਦੋਂ ਮੇਰੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਦੇ ਬਾਅਦ ਮੈਂ 3-4 ਮਹੀਨੇ ਆਪਣੇ ਸਹੁਰੇ ਘਰ ਰਹੀ ਤੇ ਫਿਰ ਮਾਤਾ ਪਿਤਾ ਮੈਨੂੰ ਲੈਣ ਆ ਗਏ, ਪਰ ਮੈਂ ਉਹਨਾਂ ਨਾਲ ਨਹੀਂ ਗਈ ਕਿਉਂਕਿ ਮੈਂ ਆਪਣੇ ਮਾਤਾ ਪਿਤਾ 'ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ, ਕਿਉਂਕਿ ਮੇਰੇ ਮਾਤਾ ਪਿਤਾ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਉਹਨਾਂ ਨੇ ਬੜੀ ਮੁਸ਼ਕਲ ਨਾਲ ਮੇਰਾ ਵਿਆਹ ਕੀਤਾ ਸੀ। ਮੇਰੇ ਸਹੁਰੇ ਕਾਫੀ ਅਮੀਰ ਸਨ। ਮੇਰੀ ਸੱਸ ਦੇ ਸਿਰਫ 2 ਪੁੱਤਰ ਅਤੇ 1 ਧੀ ਸੀ। ਮੇਰਾ ਪਤੀ ਅਤੇ ਉਸ ਦਾ ਭਰਾ ਜੋ ਮੇਰੇ ਤੋਂ ਛੋਟਾ ਸੀ, ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਮੇਰੀ ਸੱਸ ਮੇਰਾ ਵਿਆਹ ਮੇਰੇ ਦਿਓਰ ਨਾਲ ਕਰਵਾ ਦੇਵੇ। ਇਸ ਲਈ ਮੈਂ ਉਸ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ। ਘਰ ਦਾ ਸਾਰਾ ਕੰਮ ਮੈਂ ਆਪ ਕਰਦੀ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਸੱਸ ਦੇ ਪੈਰ ਵੀ ਦਬਾ ਦਿੰਦੀ ਸੀ। ਮੈਂ ਆਪਣੀ ਸੱਸ ਦੀ ਵੱਧ ਤੋਂ ਵੱਧ ਸੇਵਾ ਕੀਤੀ ਅਤੇ ਕਦੇ ਵੀ ਉਹਨਾਂ ਨੂੰ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਦਿੱਤਾ, ਕਿਉਂਕਿ ਮੈਂ ਚਾਹੁੰਦੀ ਸੀ ਕਿ ਉਹ ਮੈਨੂੰ ਇੱਕ ਵਾਰ ਫਿਰ ਤੋਂ ਆਪਣੀ ਨੂੰਹ ਬਣਾਵੇ। ਮੇਰੀ ਇੱਕ ਹੀ ਨਨਾਣ ਸੀ, ਉਹ ਵੀ ਵਿਆਹੀ ਹੋਈ ਸੀ। ਉਹ ਸਾਡੇ ਘਰ ਬਹੁਤ ਘੱਟ ਆਉਂਦੀ ਸੀ ਕਿਉਂਕਿ ਮੇਰੀ ਸੱਸ ਨੇ ਉਸ ਦਾ ਵਿਆਹ ਬਹੁਤ ਅਮੀਰ ਘਰ ਵਿੱਚ ਕਰ ਦਿੱਤਾ ਸੀ। ਇਸ ਲਈ ਉਹ ਆਪਣੇ ਸਹੁਰੇ ਘਰ ਰਹਿਣਾ ਪਸੰਦ ਕਰਦੀ ਸੀ। ਉਸ ਦੇ ਘਰ ਸਾਡੇ ਨਾਲੋਂ ਜ਼ਿਆਦਾ ਐਸ਼ੋ ਆਰਾਮ ਸਨ ਤੇ ਉਹ ਆਪਣੇ ਸਹੁਰੇ ਘਰ ਵਿੱਚ ਬਹੁਤ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਸੀ। ਪਰ ਜਦੋਂ ਮੇਰੀ ਨਨਾਣ ਆਉਂਦੀ ਤਾਂ ਮੈਂ ਉਸ ਦਾ ਪੂਰਾ ਖਿਆਲ ਰੱਖਦੀ, ਉਸ ਦੀ ਪਸੰਦ ਦਾ ਸਾਰਾ ਖਾਣਾ ਬਣਾਉਂਦੀ ਤੇ ਉਸ ਦੇ ਬੱਚਿਆਂ ਦਾ ਵੀ ਬਹੁਤ ਧਿਆਨ ਰੱਖਦੀ। ਮੇਰੀ ਸੱਸ ਵੀ ਇਸ ਤੋਂ ਬਹੁਤ ਖੁਸ਼ ਸੀ। ਮੇਰੇ ਵਿਆਹ ਦੇ ਪਹਿਲੇ ਦਿਨ ਤੋਂ ਹੀ ਮੇਰੀ ਸੱਸ ਮੈਨੂੰ ਬਹੁਤ ਪਸੰਦ ਕਰਦੀ ਸੀ। ਮੈਂ ਵੀ ਉਸ ਦਾ ਬਹੁਤ ਚੰਗਾ ਧਿਆਨ ਰੱਖਦੀ ਸੀ। ਉਹ ਮੈਨੂੰ ਢੇਰ ਸਾਰੀਆਂ ਅਸੀਸਾਂ ਦਿੰਦੀ ਤੇ ਕਹਿੰਦੀ ਕਿ ਮੇਰੀਆਂ ਅਸੀਸਾਂ ਤੇਰੇ ਨਾਲ ਹਨ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ੀ ਰੱਖੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਮੈਨੂੰ ਦੂਜੀ ਨੂੰਹ ਵੀ ਤੇਰੇ ਵਰਗੀ ਹੀ ਮਿਲੇ ਤੇ ਉਹ ਮੈਨੂੰ ਕਹਿੰਦੀ ਕਿ ਤੂੰ ਹੀ ਮੇਰੀ ਧੀ ਵਰਗੀ ਆ, ਬਲਕਿ ਇੱਕ ਧੀ ਵੀ ਆਪਣੀ ਮਾਂ ਦੀ ਇੰਨੀ ਸੇਵਾ ਨਹੀਂ ਕਰਦੀ ਜਿੰਨੀ ਤੂੰ ਮੇਰੀ ਕਰਦੀ ਆ। ਮੈਂ ਕਿਸੇ ਵੀ ਤਰੀਕੇ ਨਾਲ ਆਪਣੀ ਸੱਸ ਦਾ ਦਿਲ ਜਿੱਤਣਾ ਚਾਹੁੰਦੀ ਸੀ ਕਿਉਂਕਿ ਸਾਡੇ ਘਰ ਸਿਰਫ ਮੇਰੀ ਸੱਸ ਦੀ ਹੀ ਚੱਲਦੀ ਸੀ। ਉਸ ਦੇ ਕਹਿਣ ਤੇ ਹੀ ਸਭ ਕੁਝ ਹੁੰਦਾ ਸੀ। ਉਸ ਦੀ ਸਹਿਮਤੀ ਤੋਂ ਬਿਨਾਂ ਤਾਂ ਘਰ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ ਸੀ। ਜੇ ਉਸ ਨੂੰ ਕਿਸੇ ਗੱਲ ਦਾ ਬੁਰਾ ਲੱਗਦਾ ਸੀ ਤਾਂ ਉਸ ਦਾ ਨਾਂ ਵੀ ਇਸ ਘਰ ਵਿੱਚ ਨਹੀਂ ਸੀ ਲਿਆ ਜਾਂਦਾ, ਕਿਉਂਕਿ ਮੇਰੀ ਸੱਸ ਬਹੁਤ ਸਖਤ ਸੁਭਾਅ ਦੀ ਔਰਤ ਸੀ ਅਤੇ ਸਾਡੇ ਘਰ ਵਿੱਚ ਪਰਿੰਦਾ ਵੀ ਉਸ ਦੀ ਮਰਜ਼ੀ ਤੋਂ ਬਿਨਾਂ ਪਰ ਨਹੀਂ ਮਾਰ ਸਕਦਾ ਸੀ। ਮੇਰੀ ਸੱਸ ਮੇਰੇ ਨਾਲ ਬਹੁਤ ਖੁਸ਼ ਸੀ, ਇਸ ਲਈ ਮੈਨੂੰ ਪੂਰਾ ਭਰੋਸਾ ਸੀ ਕਿ ਉਹ ਮੇਰਾ ਵਿਆਹ ਮੇਰੇ ਦਿਓਰ ਨਾਲ ਕਰਵਾ ਦੇਵੇਗੀ। ਮੇਰੇ ਦਿਓਰ ਅਮਰੀਕਾ ਵਿੱਚ ਡਾਕਟਰ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਵਾਪਸ ਆਉਣ ਵਿੱਚ ਸਿਰਫ 3 ਮਹੀਨੇ ਬਾਕੀ ਸਨ ਤੇ ਮੈਂ ਮਨ ਹੀ ਮਨ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ। ਮੈਂ ਇੱਕ ਵਾਰ ਫਿਰ ਤੋਂ ਇਸ ਘਰ ਦੀ ਮਾਲਕਣ ਬਣ ਜਾਵਾਂਗੀ ਤੇ ਮੈਂ ਇਸ ਘਰ ਵਿੱਚ ਰਹਿ ਸਕਾਂਗੀ, ਕਿਉਂਕਿ ਮੈਂ ਸਾਰੀ ਉਮਰ ਗਰੀਬੀ ਵਿੱਚ ਗੁਜ਼ਾਰੀ ਸੀ ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਸੀ ਕਿ ਐਸ਼ੋ ਆਰਾਮ ਕੀ ਹੁੰਦਾ ਅਤੇ ਹੁਣ ਮੈਂ ਇਸ ਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ ਸੀ। ਮੇਰਾ ਸਹੁਰਾ ਪਰਿਵਾਰ ਬਹੁਤ ਅਮੀਰ ਸੀ। ਮੇਰੇ ਸਹੁਰੇ ਕੋਲ ਕਾਫੀ ਜ਼ਮੀਨ ਸੀ ਜੋ ਉਹਨਾਂ ਨੂੰ ਆਪਣੇ ਪੁਰਖਾਂ ਤੋਂ ਵਿਰਾਸਤ ਵਿੱਚ ਮਿਲੀ ਸੀ। ਇਹ ਲੋਕ ਖਾਨਦਾਨੀ ਅਮੀਰ ਸਨ। ਮੇਰਾ ਤੇ ਦਿਓਰ ਵੀ ਬਹੁਤ ਸੋਹਣਾ ਸੀ। ਜੇ ਮੈਂ ਆਪਣੇ ਮਾਪਿਆਂ ਦੇ ਘਰ ਚਲੀ ਜਾਂਦੀ ਤਾਂ ਮੈਂ ਸਾਰੀ ਉਮਰ ਉੱਥੇ ਇਕੱਲੀ ਕਿਵੇਂ ਗੁਜ਼ਾਰਦੀ। ਮੇਰੇ ਵਰਗੀ ਗਰੀਬ ਤੇ ਵਿਧਵਾ ਕੁੜੀ ਨਾਲ ਕੌਣ ਵਿਆਹ ਕਰਦਾ। ਇਸ ਲਈ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੇਰੀ ਸੱਸ ਆਪਣੇ ਛੋਟੇ ਪੁੱਤਰ ਨਾਲ ਮੇਰਾ ਵਿਆਹ ਕਰਵਾ ਦੇਵੇ। ਜਦੋਂ ਮੇਰਾ ਪਹਿਲਾ ਵਿਆਹ ਹੋਇਆ ਸੀ ਤਾਂ ਮੈਂ ਬਹੁਤ ਖੁਸ਼ ਸੀ ਕਿ ਮੇਰਾ ਵਿਆਹ ਇੱਕ ਅਮੀਰ ਪਰਿਵਾਰ ਵਿੱਚ ਹੋ ਗਿਆ। ਹੁਣ ਤੱਕ ਮੈਂ ਹਰ ਚੀਜ਼ ਲਈ ਤਰਸ ਰਹੀ ਸੀ। ਹੁਣ ਮੈਨੂੰ ਆਪਣੀ ਜ਼ਿੰਦਗੀ ਤਰਸ ਨਾਲ ਨਹੀਂ ਜੀਣੀ ਪਵੇਗੀ। ਪਰ ਰੱਬ ਨੇ 3 ਮਹੀਨਿਆਂ ਵਿੱਚ ਹੀ ਮੇਰੀ ਇਹ ਖੁਸ਼ੀ ਖੋਹ ਲਈ ਸੀ। 3 ਮਹੀਨਿਆਂ ਵਿੱਚ ਹੀ ਮੈਂ ਵਿਧਵਾ ਹੋ ਗਈ। ਮੈਂ ਆਪਣੇ ਦਿਓਰ ਨਾਲ ਵਿਆਹ ਕਰਕੇ ਉਸ ਦੇ ਘਰ ਆਰਾਮ ਨਾਲ ਰਹਿਣਾ ਚਾਹੁੰਦੀ ਸੀ ਤੇ ਆਪਣੀ ਸੱਸ ਵਾਂਗ ਮੈਂ ਵੀ ਪੂਰੇ ਘਰ ਵਿੱਚ ਰੋਹ ਪਾਉਣਾ ਚਾਹੁੰਦੀ ਸੀ ਤੇ ਮੈਨੂੰ ਪਤਾ ਸੀ ਕਿ ਇਹ ਤਾਂ ਹੀ ਹੋ ਸਕਦਾ ਜੇ ਮੇਰਾ ਦਿਓਰ ਮੇਰੇ ਨਾਲ ਵਿਆਹ ਕਰਵਾ ਲਵੇ, ਕਿਉਂਕਿ ਮੇਰੀ ਸੱਸ ਆਪਣੀ ਬੇਟੀ ਦੀ ਬਹੁਤ ਸੁਣਦੀ ਸੀ ਅਤੇ ਹਰ ਮਾਮਲੇ ਵਿੱਚ ਆਪਣੇ ਛੋਟੇ ਪੁੱਤਰ ਦੀ ਸਲਾਹ ਵੀ ਲੈਂਦੀ ਸੀ। ਮੇਰੇ ਪਤੀ ਬਚਪਨ ਤੋਂ ਹੀ ਬਿਮਾਰ ਰਹਿੰਦੇ ਸਨ ਤੇ ਬਚਪਨ ਦੀ ਇਹ ਕਮਜ਼ੋਰੀ ਜਵਾਨੀ ਤੱਕ ਉਹਨਾਂ ਦੇ ਸਰੀਰ ਤੋਂ ਨਹੀਂ ਨਿਕਲੀ। ਉਹ ਦੇਖਣ ਵਿੱਚ ਬਹੁਤ ਦੁਬਲੇ ਤੇ ਸਾਵਲੇ ਰੰਗ ਦੇ ਸੀ। ਇਸ ਕਰਕੇ ਹੀ ਤਾਂ ਮੇਰੇ ਵਰਗੀ ਗਰੀਬ ਕੁੜੀ ਨਾਲ ਵਿਆਹ ਇੰਨੇ ਅਮੀਰ ਘਰਾਣੇ ਨਾਲ ਵਿੱਚ ਹੋ ਗਿਆ ਸੀ। ਪਰ ਫਿਰ ਵੀ ਮੈਂ ਆਪਣੇ ਪਤੀ ਨਾਲ ਸੁਖੀ ਜੀਵਨ ਬਤੀਤ ਕਰ ਰਹੀ ਸੀ। ਪਰ ਮੇਰੇ ਪਤੀ ਨੇ ਮੇਰਾ ਸਾਥ ਨਾ ਦਿੱਤਾ ਤੇ ਮੈਨੂੰ ਛੱਡ ਕੇ ਰੱਬ ਨੂੰ ਪਿਆਰਾ ਹੋ ਗਿਆ। ਅਸੀਂ ਗਰੀਬ ਲੋਕ ਹੁੰਦੇ ਹੋਏ ਵੀ ਜੇਕਰ ਮੇਰੇ ਪਿਤਾ ਜੀ ਨੂੰ ਪਤਾ ਹੁੰਦਾ ਕਿ ਮੇਰੇ ਪਤੀ ਨੂੰ ਕੋਈ ਬਿਮਾਰੀ ਆ, ਉਹ ਬਚਪਨ ਤੋਂ ਹੀ ਬਿਮਾਰ ਸਨ, ਤਾਂ ਮੇਰੇ ਪਿਤਾ ਜੀ ਕਦੇ ਵੀ ਇਸ ਘਰ ਵਿੱਚ ਆਪਣੀ ਧੀ ਦਾ ਵਿਆਹ ਨਾ ਕਰਦੇ। ਮੇਰੇ ਪਿਤਾ ਜੀ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ।
ਇਸ ਲਈ ਮੇਰੀ ਸੱਸ ਨੇ ਮੇਰੇ ਪਿਤਾ ਜੀ ਤੋਂ ਮੇਰਾ ਰਿਸ਼ਤਾ ਮੰਗਿਆ ਤੇ ਇਸ ਤਰ੍ਹਾਂ ਮੈਂ ਇਸ ਘਰ ਵਿੱਚ ਆਈ। ਪਰ ਇਸ ਤੋਂ ਕੌਣ ਟਾਲ ਸਕਦਾ ਹੈ। ਮੇਰੇ ਵਿਆਹ ਨੂੰ ਅਜੇ 3 ਮਹੀਨੇ ਹੀ ਹੋਏ ਸਨ ਕਿ ਮੇਰੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ। ਮੇਰੀ ਸੱਸ ਨੇ ਮੇਰੇ ਪਤੀ ਦੇ ਇਲਾਜ ਲਈ ਪੈਸਾ ਪਾਣੀ ਵਾਂਗ ਖਰਚ ਕੀਤਾ ਤੇ ਉਸ ਨੂੰ ਇਲਾਜ ਲਈ ਕਿਸੇ ਹੋਰ ਵਿਦੇਸ਼ ਭੇਜਣਾ ਵੀ ਚਾਹੁੰਦੀ ਸੀ, ਪਰ ਹੁਣ ਉਸ ਕੋਲ ਕਿਸੇ ਹੋਰ ਦੇਸ਼ ਪਹੁੰਚ ਕੇ ਇਲਾਜ ਕਰਵਾਉਣ ਲਈ ਜ਼ਿਆਦਾ ਸਮਾਂ ਨਹੀਂ ਬਚਿਆ ਸੀ। ਕੁਝ ਦਿਨਾਂ ਵਿੱਚ ਹੀ ਉਹਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਮੈਂ 1 ਸਾਲ ਤੱਕ ਆਪਣੇ ਸੱਸ ਸਹੁਰੇ ਅਤੇ ਨਨਾਣ ਦੀ ਸੇਵਾ ਕਰਦੀ ਰਹੀ। ਸਾਰਾ ਘਰ ਚੰਗੀ ਤਰ੍ਹਾਂ ਸੰਭਾਲਿਆ ਹੋਇਆ ਸੀ। ਪਰ ਉਸ ਦਿਨ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੇਰੀ ਸੱਸ ਨੇ ਕਿਹਾ ਕਿ ਮੈਂ ਆਪਣੇ ਛੋਟੇ ਪੁੱਤਰ ਲਈ ਕੁੜੀ ਲੱਭ ਰਹੀ ਹਾਂ। ਹੁਣ ਮੈਂ ਉਸ ਦਾ ਵਿਆਹ ਕਰਨਾ ਚਾਹੁੰਦੀ ਹਾਂ। ਮੈਂ ਮਨ ਹੀ ਮਨ ਵਿੱਚ ਸੋਚ ਰਹੀ ਸੀ ਕਿ ਜੇ ਮੈਂ ਨੌਕਰਾਣੀ ਵਾਂਗ ਉਹਨਾਂ ਦੀ ਦਿਨ ਰਾਤ ਸੇਵਾ ਕਰਦੀ ਰਹਾਂ ਤਾਂ ਸ਼ਾਇਦ ਮੇਰੀ ਸੱਸ ਮੇਰੀ ਸੇਵਾ ਤੋਂ ਖੁਸ਼ ਹੋ ਕੇ ਮੈਨੂੰ ਆਪਣੇ ਛੋਟੇ ਪੁੱਤਰ ਦੀ ਨੂੰਹ ਬਣਾ ਲਵੇਗੀ। ਪਰ ਇਹ ਸਭ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਮਿਹਨਤ ਅਤੇ ਉਮੀਦਾਂ ਤੇ ਪਾਣੀ ਫਿਰ ਜਾਵੇਗਾ। ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦੀ ਸੀ। ਇੱਕ ਦਿਨ ਮੈਂ ਮੇਰੀ ਸੱਸ ਇੱਕ ਬਹੁਤ ਹੀ ਉੱਘੇ ਬਾਬੇ ਕੋਲ ਗਏ। ਮੇਰੀ ਸੱਸ ਇਸ ਬਾਬੇ ਕੋਲ ਪਹਿਲਾਂ ਤੋਂ ਹੀ ਜਾਂਦੀ ਸੀ। ਉਹ ਹਰ ਸੋਮਵਾਰ ਬਾਬੇ ਕੋਲ ਜਾਂਦੀ ਤੇ ਉਹਨਾਂ ਦਾ ਆਸ਼ੀਰਵਾਦ ਲੈਂਦੀ। ਜਿਉਂ ਹੀ ਅਸੀਂ ਉੱਥੇ ਪਹੁੰਚੇ ਤਾਂ ਭਿਖਾਰੀਆਂ ਦੀ ਲਾਈਨ ਵਿੱਚ ਇੱਕ ਮੁਟਿਆਰ ਬੈਠੀ ਸੀ ਜੋ ਕਿ ਅੰਨੀ ਸੀ। ਉਸ ਨੂੰ ਦੇਖ ਕੇ ਮੇਰੀ ਸੱਸ ਨੂੰ ਸ਼ਾਇਦ ਉਸ ਤੇ ਤਰਸ ਆ ਗਿਆ ਹੋਵੇ ਤੇ ਉਹ ਉਸ ਕੋਲ ਜਾ ਕੇ ਬੈਠ ਗਈ ਤੇ ਪੁੱਛਣ ਲੱਗੀ ਕਿ ਤੇਰੇ ਨਾਲ ਕੋਈ ਹਾਦਸਾ ਵਾਪਰ ਗਿਆ ਹੈ ਤੇ ਤੂੰ ਇੱਥੇ ਕੀ ਕਰ ਰਹੀ ਆ ਤੇ ਤੂੰ ਹੁਣ ਕਿੱਥੇ ਰਹਿੰਦੀ ਆ। ਮੇਰੀ ਸੱਸ ਉਸ ਨਾਲ ਇਸ ਤਰ੍ਹਾਂ ਗੱਲਾਂ ਕਰ ਰਹੀ ਸੀ ਜਿਵੇਂ ਉਹ ਉਸ ਨੂੰ ਲੰਬੇ ਸਮੇਂ ਤੋਂ ਜਾਣਦੀ ਹੋਵੇ। ਮੈਂ ਹੈਰਾਨ ਸੀ। ਮੇਰੀ ਸੱਸ ਉਸ ਨੂੰ ਕਿਵੇਂ ਜਾਣਦੀ ਆ। ਮੇਰੀ ਸੱਸ ਉਸ ਤੋਂ ਮਾਫੀ ਮੰਗ ਰਹੀ ਸੀ। ਉਹ ਉਸ ਨੂੰ ਕਹਿ ਰਹੀ ਸੀ ਕਿ ਬੇਟਾ ਮੈਨੂੰ ਮਾਫ ਕਰ ਦੇ, ਮੇਰੇ ਨਾਲ ਮੇਰੇ ਘਰ ਚੱਲ। ਉਹ ਅੰਨੀ ਕੁੜੀ ਬਹੁਤ ਗੁੱਸੇ ਵਿੱਚ ਲੱਗ ਰਹੀ ਸੀ। ਉਹ ਮੇਰੀ ਸੱਸ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਕਦੇ ਵੀ ਘਰ ਨਹੀਂ ਜਾਵਾਂਗੀ। ਮੇਰੇ ਨਾਲ ਜੋ ਵੀ ਹੋਇਆ ਉਹ ਤੁਹਾਡੇ ਕਾਰਨ ਹੀ ਹੋਇਆ ਹੈ। ਮੈਂ ਤੁਹਾਨੂੰ ਇਸ ਦੇ ਲਈ ਕਦੇ ਮਾਫ ਨਹੀਂ ਕਰਾਂਗੀ। ਹੁਣ ਮੇਰੀ ਸੱਸ ਉਸ ਨਾਲ ਤੋਂ ਰੋ ਰੋ ਕੇ ਮਾਫੀ ਮੰਗ ਰਹੀ ਸੀ। ਉਸ ਨੂੰ ਕਹਿ ਰਹੀ ਸੀ ਕਿ ਹੁਣ ਉਹੀ ਹੋਵੇਗਾ ਜਿਵੇਂ ਤੂੰ ਚਾਹਣੀ ਆ। ਤੇਰੇ ਦਿਲ ਦੀ ਹਰ ਇੱਛਾ ਜ਼ਰੂਰ ਪੂਰੀ ਹੋਵੇਗੀ। ਤੂੰ ਬਸ ਮੇਰੇ ਘਰ ਚੱਲ। ਮੇਰੀ ਸੱਸ ਉਸ ਕੁੜੀ ਨੂੰ ਆਪਣੇ ਘਰ ਲੈ ਆਈ। ਜਦੋਂ ਮੈਂ ਆਪਣੀ ਸੱਸ ਨੂੰ ਇਹ ਸਵਾਲ ਪੁੱਛਿਆ ਕਿ ਤੁਸੀਂ ਇਸ ਕੁੜੀ ਨੂੰ ਆਪਣੇ ਘਰ ਕਿਉਂ ਲੈ ਕੇ ਆਏ ਹੋ, ਆਖਰ ਇਹ ਕੁੜੀ ਕੌਣ ਆ, ਫਿਰ ਮੇਰੀ ਸੱਸ ਨੇ ਕਿਹਾ ਕਿ ਮੈਂ ਉਸ ਦਾ ਵਿਆਹ ਆਪਣੇ ਛੋਟੇ ਪੁੱਤਰ ਨਾਲ ਕਰਾਂਗੀ। ਸੱਸ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੈਂ ਜਿਹੜੇ ਸੁਪਨੇ ਦੇਖੇ ਸੀ ਉਹ ਸਾਰੇ ਸੁਪਨੇ ਹੁਣ ਟੁੱਟਣ ਲੱਗੇ ਸੀ। ਮੇਰੇ ਇਹ ਸਵਾਲ ਤੋਂ ਬਾਅਦ ਮੇਰੀ ਸੱਸ ਨੇ ਮੈਨੂੰ ਚੁੱਪ ਰਹਿਣ ਅਤੇ ਹੋਰ ਕੋਈ ਸਵਾਲ ਨਾ ਕਰਨ ਦਾ ਇਸ਼ਾਰਾ ਕੀਤਾ। ਮੈਂ ਮੇਰੀ ਸੱਸ ਦੀ ਇਸ ਗੱਲ ਤੋਂ ਬਹੁਤ ਹੈਰਾਨ ਸੀ ਕਿ ਇਹ ਇੱਕ ਅੰਨੀ ਕੁੜੀ ਨਾਲ ਆਪਣੇ ਡਾਕਟਰ ਪੁੱਤ ਦਾ ਵਿਆਹ ਕਿਵੇਂ ਕਰਾ ਸਕਦੀ ਆ ਤੇ ਮੈਂ ਇਹ ਵੀ ਮਹਿਸੂਸ ਕਰ ਰਹੀ ਸੀ ਕਿ ਮੇਰਾ ਦਿਓਰ ਉਸ ਨੂੰ ਦੇਖਦੇ ਹੀ ਠੁਕਰਾ ਦੇਵੇਗਾ ਕਿਉਂਕਿ ਉਹ ਅਮਰੀਕਾ ਵਿੱਚ ਪੜ੍ਹਦਾ ਸੀ ਤੇ ਉਹਨਾਂ ਦੀ ਉਸ ਦੀ ਪਸੰਦ ਵੀ ਬਹੁਤ ਹਾਈ ਫਾਈ ਹੋਵੇਗੀ। ਇਹ ਭਿਖਾਰਨ ਤਾਂ ਉਸ ਦੀ ਪਸੰਦ ਬਿਲਕੁਲ ਵੀ ਨਹੀਂ ਹੋਵੇਗੀ। ਉਹ ਅੰਨੀ ਤੇ ਭਿਖਾਰਨ ਕੁੜੀ ਨਾਲ ਵਿਆਹ ਕਿਵੇਂ ਕਰੇਗਾ। ਮੈਂ ਆਪਣੀ ਸੱਸ ਦੀ ਸੋਚ ਤੇ ਹੈਰਾਨ ਰਹਿ ਗਈ ਤੇ ਕੁਝ ਦਿਨਾਂ ਵਿੱਚ ਹੀ ਮੇਰਾ ਦਿਓਰ ਵਾਪਸ ਆ ਗਿਆ ਤੇ ਮੇਰੀ ਸੱਸ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹ ਅੰਨੀ ਕੁੜੀ ਹੁਣ ਸਾਡੇ ਘਰ ਹੀ ਰਹਿ ਰਹੀ ਸੀ। ਮੇਰੀ ਸੱਸ ਨੇ ਉਸ ਨੂੰ ਵੱਖਰਾ ਕਮਰਾ ਦਿੱਤਾ ਹੋਇਆ ਸੀ। ਉਹ ਸਾਡੇ ਨਾਲ ਘੱਟ ਹੀ ਗੱਲ ਕਰਦੀ ਸੀ। ਉਹ ਜ਼ਿਆਦਾਤਰ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ। ਮੇਰੀ ਸੱਸ ਉਸ ਦੇ ਕਮਰੇ ਵਿੱਚ ਖਾਣਾ ਪਹੁੰਚਾਉਂਦੀ। ਮੇਰੀ ਸੱਸ ਨੇ ਮੇਰੇ ਦਿਓਰ ਨੂੰ ਵਿਆਹ ਬਾਰੇ ਦੱਸਿਆ। ਮੇਰਾ ਦਿਓਰ ਵੀ ਵਿਆਹ ਲਈ ਰਾਜੀ ਹੋ ਗਿਆ। ਮੈਂ ਹੈਰਾਨ ਸੀ ਕਿ ਐਵੇਂ ਇੰਨੀ ਜਲਦੀ ਵਿਆਹ ਕੇ ਲਈ ਕਿਵੇਂ ਤਿਆਰ ਹੋ ਸਕਦਾ। ਉਹ ਇਸ ਅੰਨੀ ਕੁੜੀ ਨੂੰ ਕਿਵੇਂ ਪਸੰਦ ਕਰ ਸਕਦਾ। ਫਿਰ ਮੈਂ ਸੋਚਿਆ ਕਿ ਸ਼ਾਇਦ ਮੇਰੀ ਸੱਸ ਨੇ ਐਵੇਂ ਹੀ ਇਸ ਨੂੰ ਨਹੀਂ ਦੱਸਿਆ ਹੋਵੇਗਾ ਕਿ ਜਿਸ ਕੁੜੀ ਨੂੰ ਉਸ ਲਈ ਇਹ ਚੁਣਿਆ ਗਿਆ ਹੈ ਉਹ ਅੰਨੀ ਤੇ ਭਿਖਾਰਨਾ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਆਪਣੇ ਦਿਓਰ ਨੂੰ ਦੱਸਾਂ ਕਿ ਤੁਹਾਡੀ ਮਾਂ ਨੇ ਤੁਹਾਡੇ ਲਈ ਇੱਕ ਅੰਨੀ ਤੇ ਭਿਖਾਰਨ ਕੁੜੀ ਨੂੰ ਪਸੰਦ ਕੀਤਾ। ਮੈਂ ਚਾਹੁੰਦੇ ਹੋਏ ਵੀ ਇਹ ਗੱਲ ਆਪਣੇ ਦਿਓਰ ਨੂੰ ਨਹੀਂ ਦੱਸ ਸਕੀ। ਇੱਕ ਦਿਨ ਮੈਨੂੰ ਮੌਕਾ ਮਿਲਿਆ ਤੇ ਮੈਂ ਐਵੇਂ ਹੀ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਅਬੇ ਜੀ, ਤੁਹਾਡੀ ਮਾਂ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ। ਉਹ ਤੇਰਾ ਵਿਆਹ ਇੱਕ ਅੰਨੀ ਕੁੜੀ ਨਾਲ ਕਰਨਾ ਚਾਹੁੰਦੀ ਆ। ਮੇਰੀ ਗੱਲ ਸੁਣ ਕੇ ਅਬੇ ਨੇ ਮੈਨੂੰ ਗੁੱਸੇ ਨਾਲ ਦੇਖਿਆ ਤੇ ਕਿਹਾ, ਭਾਬੀ ਚਿੰਤਾ ਨਾ ਕਰ, ਮੈਨੂੰ ਆਪਣੀ ਮਾਂ ਤੇ ਪੂਰਾ ਭਰੋਸਾ। ਉਹ ਮੇਰੇ ਲਈ ਕੁਝ ਵੀ ਗਲਤ ਨਹੀਂ ਕਰੇਗੀ। ਮੈਂ ਚੁੱਪ ਹੋ ਗਈ। ਜਦੋਂ ਵਿਆਹ ਦਾ ਸਮਾਂ ਆਇਆ ਤੇ ਮੇਰੇ ਦਿਓਰ ਨੇ ਕੁੜੀ ਨੂੰ ਦੇਖਿਆ ਤਾਂ ਉਸ ਦਾ ਚਿਹਰਾ ਖੁਸ਼ੀ ਨਾਲ ਚਮਕਣ ਲੱਗਾ ਜਿਵੇਂ ਉਸ ਨੂੰ ਪਤਾ ਨਹੀਂ ਕਿੰਨੀ ਹੀ ਵੱਡੀ ਖੁਸ਼ੀ ਮਿਲ ਗਈ ਹੋਵੇ। ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਸੀ।
ਉਸ ਦੀ ਖੁਸ਼ੀ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਮੇਰਾ ਦਿਓਰ ਇੰਨਾ ਖੁਸ਼ ਕਿਉਂ ਆ। ਇੱਕ ਅੰਨੀ ਕੁੜੀ ਨੂੰ ਉਸ ਦੀ ਪਤਨੀ ਬਣਨ ਜਾ ਰਹੀ ਆ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਫਿਰ ਮੇਰੇ ਦਿਓਰ ਦਾ ਵਿਆਹ ਉਹ ਅੰਨੀ ਕੁੜੀ ਨਾਲ ਹੋ ਗਿਆ ਤੇ ਉਹ ਮੇਰੀਆਂ ਅੱਖਾਂ ਸਾਹਮਣੇ ਹੀ ਆਪਣੀ ਪਤਨੀ ਦਾ ਹੱਥ ਫੜ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਮੇਰੇ ਉਹ ਸਾਰੇ ਸੁਪਨੇ ਜੋ ਮੈਂ ਹੁਣ ਤੱਕ ਦੇਖੇ ਸਨ ਉਹ ਚਕਨਾਚੂਰ ਹੋ ਗਏ। ਮੇਰੀ ਸੱਸ ਨੇ ਮੈਨੂੰ ਕਿਹਾ, ਹੁਣ ਤੂੰ ਮੈਨੂੰ ਹੀ ਆਪਣੇ ਦਿਓਰ ਦਰਾਣੀ ਤੇ ਸਾਰੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਪੈਣਗੀਆਂ ਕਿਉਂਕਿ ਉਹ ਨੇਤਰਹੀਨ ਹੈ, ਉਹ ਕੁਝ ਵੀ ਨਹੀਂ ਦੇਖ ਸਕਦੀ। ਇਸ ਲਈ ਹੁਣ ਮੈਂ ਉਹਦੇ ਖਾਣੇ ਤੋਂ ਲੈ ਕੇ ਉਹਦੇ ਹਰ ਕੰਮ ਦੀ ਜ਼ਿੰਮੇਵਾਰੀ ਤੇਰੀ ਹੋਵੇਗੀ। ਮੈਨੂੰ ਮੇਰੀ ਸੱਸ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਾ ਆਈ ਕਿਉਂਕਿ ਮੈਂ ਪਹਿਲਾਂ ਇਸ ਘਰ ਵਿੱਚ ਆਪਣੀ ਸੱਸ ਦੀ ਬਹੁਤ ਸੇਵਾ ਕੀਤੀ ਸੀ। ਮੇਰੀ ਸੱਸ ਨੇ ਮੈਨੂੰ ਮੇਰੀ ਦਰਾਣੀ ਦੇ ਕੰਮ ਤੇ ਲਗਾ ਦਿੱਤਾ। ਮੈਂ ਹਿੰਮਤ ਇਕੱਠੀ ਕੀਤੀ ਤੇ ਆਪਣੀ ਸੱਸ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਤੇ ਫਿਰ ਮੈਂ ਉਹਨਾਂ ਦੇ ਕਮਰੇ 'ਚ ਚਲੀ ਗਈ। ਮੈਂ ਆਪਣੀ ਸੱਸ ਨੂੰ ਪੁੱਛਿਆ, ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ? ਕਦੋਂ ਤੱਕ ਤੁਸੀਂ ਮੈਨੂੰ ਇਸ ਤਰ੍ਹਾਂ ਆਪਣੇ ਪਰਿਵਾਰ ਦੀ ਦਾਸੀ ਬਣਾ ਕੇ ਰੱਖੋਗੇ? ਪਹਿਲਾਂ ਤਾਂ ਸਿਰਫ ਤੁਸੀਂ ਹੀ ਸੀ, ਹੁਣ ਤੁਸੀਂ ਇੱਕ ਅੰਨੀ ਕੁੜੀ ਨੂੰ ਮੇਰੇ ਸਿਰ ਤੇ ਲਿਆ ਕੇ ਬਿਠਾ ਦਿੱਤਾ। ਤੁਸੀਂ ਮੇਰੇ ਪਤੀ ਦੀ ਮਾਤਾ ਸੀ, ਇਸ ਲਈ ਮੈਂ ਪੂਰੇ ਦਿਲ ਨਾਲ ਤੁਹਾਡੀ ਸੇਵਾ ਕਰਦੀ ਸੀ, ਪਰ ਮੈਂ ਹੁਣ ਇਸ ਅੰਨੀ ਕੁੜੀ ਦੇ ਕੰਮ ਨਹੀਂ ਕਰ ਸਕਦੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਇੱਥੇ ਆ, ਮੇਰੇ ਕੋਲ ਬੈਠ, ਮੈਂ ਤੈਨੂੰ ਦੱਸਦੀ ਆ ਕਿ ਉਹ ਕੁੜੀ ਕੌਣ ਆ। ਮੈਨੂੰ ਹੁਣ ਆਪਣੀ ਸੱਸ ਬਿਲਕੁਲ ਵੀ ਪਸੰਦ ਨਹੀਂ ਸੀ। ਮੇਰਾ ਹੁਣ ਉਹਨਾਂ ਦੇ ਨੇੜੇ ਜਾਣ ਨੂੰ ਵੀ ਦਿਲ ਨਹੀਂ ਕਰਦਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਇਸੇ ਵੇਲੇ ਇਹ ਘਰ ਛੱਡ ਕੇ ਚਲੀ ਜਾਵਾਂ ਕਿਉਂਕਿ ਮੈਂ ਆਪਣੇ ਮਕਸਦ ਵਿੱਚ ਅਸਫਲ ਹੋ ਗਈ ਸੀ। ਮੈਂ ਹੁਣ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦੀ ਸੀ, ਪਰ ਮਜਬੂਰੀ ਵਿੱਚ ਮੈਂ ਸੱਸ ਕੋਲ ਜਾ ਕੇ ਬੈਠ ਗਈ। ਮੇਰੀ ਸੱਸ ਨੇ ਦੱਸਿਆ ਕਿ ਇਹ ਉਹ ਸਮਾਂ ਸੀ ਜਦੋਂ ਅਬੇ ਅਮਰੀਕਾ ਗਿਆ ਹੋਇਆ ਸੀ। ਇਸ ਕੁੜੀ ਜਿਸ ਦਾ ਨਾਮ ਸਨੇਹਾ ਹੈ, ਇਹ ਸਾਡੇ ਇਲਾਕੇ 'ਚ ਰਹਿੰਦੀ ਸੀ ਤੇ ਅਵੇ ਉਸ ਨੂੰ ਪਸੰਦ ਕਰਦਾ ਸੀ। ਸਨੇਹਾ ਦੀ ਅਵੇ ਨੂੰ ਪਸੰਦ ਕਰਦੀ ਸੀ। ਅਵੇ ਨੇ ਮੈਨੂੰ ਕਈ ਵਾਰ ਕਿਹਾ ਕਿ ਮੇਰਾ ਵਿਆਹ ਸਨੇਹਾ ਨਾਲ ਕਰ ਦਿਓ, ਪਰ ਉਹ ਸਾਡੇ ਨਾਲੋਂ ਗਰੀਬ ਸਨ ਤੇ ਮੈਂ ਅਵੇ ਦਾ ਵਿਆਹ ਬਹੁਤ ਅਮੀਰ ਘਰਾਣੇ ਵਿੱਚ ਕਰਨਾ ਚਾਹੁੰਦੀ ਸੀ ਜੋ ਮੇਰੀ ਟੱਕਰ ਦਾ ਹੋਵੇ। ਅਵੇ ਨੇ ਮੈਨੂੰ ਕਈ ਵਾਰ ਕਿਹਾ ਕਿ ਇਨਸਾਨ ਦੀ ਖੁਸ਼ੀ ਦੇ ਮੁਕਾਬਲੇ ਪੈਸੇ ਦੀ ਕੋਈ ਕੀਮਤ ਨਹੀਂ ਹੈ, ਪਰ ਮੈਂ ਇਹ ਗੱਲ ਸਮਝ ਨਹੀਂ ਸਕੀ ਤੇ ਮੈਂ ਸਨੇਹਾ ਦੇ ਮਾਤਾ ਪਿਤਾ ਦੇ ਘਰ ਗਈ ਤੇ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਧੀ ਨੂੰ ਮੇਰੇ ਬੇਟੇ ਤੋਂ ਦੂਰ ਰਹਿਣ ਲਈ ਸਮਝਾਉਣ, ਨਹੀਂ ਤਾਂ ਤੁਹਾਡੇ ਲੋਕਾਂ ਨਾਲ ਚੰਗਾ ਨਹੀਂ ਹੋਵੇਗਾ। ਮੈਨੂੰ ਪਤਾ ਸੀ ਕਿ ਮੇਰੀ ਦੌਲਤ, ਮੇਰੀ ਜਾਇਦਾਦ ਤੇ ਤੁਹਾਡੀ ਅੱਖ ਆ, ਇਸ ਲਈ ਤੁਸੀਂ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਫਸਾਉਣ ਲਈ ਕਿਹਾ ਹੈ, ਪਰ ਅਜਿਹਾ ਬਿਲਕੁਲ ਨਹੀਂ ਹੋਵੇਗਾ। ਤੁਸੀਂ ਜਿਵੇਂ ਲੋਕ ਚਾਹੁੰਦੇ ਹੋ, ਮੈਂ ਅਜਿਹਾ ਕਦੇ ਨਹੀਂ ਹੋਣ ਦੇਵਾਂਗੀ। ਸਨੇਹਾ ਦੀ ਮਾਂ ਰੋਂਦੀ ਹੋਈ ਦੱਸ ਰਹੀ ਸੀ ਕਿ ਅਸੀਂ ਆਪਣੀ ਧੀ ਨੂੰ ਅਜਿਹਾ ਕੁਝ ਕਰਨ ਲਈ ਨਹੀਂ ਕਿਹਾ। ਅਸੀਂ ਗਰੀਬ ਜ਼ਰੂਰ ਹਾਂ, ਪਰ ਸਾਡੀ ਵੀ ਕੋਈ ਇੱਜ਼ਤ ਆ। ਜੇ ਤੁਸੀਂ ਇੱਥੇ ਆ ਕੇ ਇਸ ਤਰ੍ਹਾਂ ਤਮਾਸ਼ਾ ਕਰੋਗੇ ਤਾਂ ਇਸ ਇਲਾਕੇ ਵਿੱਚ ਸਾਡੀ ਕੀ ਇੱਜ਼ਤ ਰਹਿ ਜਾਵੇਗੀ। ਵਾਹਿਗੁਰੂ ਦੀ ਖਾਤਰ ਸਾਡੇ ਉੱਤੇ ਮਿਹਰ ਕਰੋ ਤੇ ਇੱਥੋਂ ਚਲੇ ਜਾਵੋ। ਉਸ ਔਰਤ ਨੇ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਆਪਣੀ ਧੀ ਨੂੰ ਤੁਹਾਡੇ ਪੁੱਤਰ ਨੂੰ ਮਿਲਣ ਨਹੀਂ ਦੇਵਾਂਗੀ, ਤੁਸੀਂ ਆਰਾਮ ਨਾਲ ਆਪਣੇ ਘਰੇ ਚਲੇ ਜਾਓ। ਉਸ ਸਮੇਂ ਜਦੋਂ ਮੈਂ ਉਸ ਦੇ ਘਰ ਗਈ ਤਾਂ ਉਸ ਦੇ ਮੁਹੱਲੇ ਵਾਲੇ ਸਾਡੀਆਂ ਗੱਲਾਂ ਨੂੰ ਸੁਣ ਰਹੇ ਸੀ ਤੇ ਜਦੋਂ ਮੈਂ ਘਰ ਵਾਪਸ ਆਉਣ ਲੱਗੀ ਤਾਂ ਉਸ ਦੇ ਘਰ ਦੇ ਬਾਹਰ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਤੇ ਸਾਰੇ ਆਂਢ ਗੁਆਂਢ ਨੂੰ ਉਸ ਡਰਾਮੇ ਬਾਰੇ ਪਤਾ ਲੱਗ ਗਿਆ। ਉਸ ਕੁੜੀ ਦੀ ਗਰੀਬ ਮਾਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਤੇ ਨਾਲ ਹੀ ਰੋ ਰਹੀ ਸੀ। ਜਦੋਂ ਮੈਂ ਘਰ ਵਾਪਸ ਆਈ ਤਾਂ ਅਵੇ ਮੇਰੇ ਨਾਲ ਬਿਲਕੁਲ ਵੀ ਗੱਲ ਨਹੀਂ ਕਰ ਰਿਹਾ ਸੀ। ਉਸ ਨੇ ਖਾਣਾ ਖਾਣ ਤੱਕ ਇਨਕਾਰ ਕਰ ਦਿੱਤਾ ਕਿਉਂਕਿ ਇਸ ਤੋਂ ਕਦੇ ਅਜਿਹਾ ਨਹੀਂ ਹੋਇਆ ਸੀ ਕਿ ਅਵੇ ਨੇ ਮੇਰੇ ਨਾਲ ਗੱਲ ਨਾ ਕੀਤੀ ਹੋਵੇ ਤੇ ਮੇਰੀ ਕਿਸੇ ਦੀ ਗੱਲ ਦਾ ਜਵਾਬ ਨਾ ਦਿੱਤਾ ਹੋਵੇ। ਅਵੇ ਮੇਰਾ ਬਹੁਤ ਹੀ ਆਗਿਆਕਾਰੀ ਪੁੱਤਰ ਸੀ ਜੋ ਮੇਰੀ ਆਵਾਜ਼ ਸੁਣਦੇ ਹੀ ਭੱਜ ਕੇ ਆਉਂਦਾ ਸੀ ਅਤੇ ਇਹ ਸਭ ਇਸ ਲਈ ਹੋ ਰਿਹਾ ਸੀ ਕਿਉਂਕਿ ਸਨੇਹਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਮੈਂ ਉਹਨਾਂ ਦੇ ਘਰ ਗਈ ਸੀ ਤੇ ਉਸ ਦੇ ਮਾਤਾ ਪਿਤਾ ਦੀ ਸਾਰੇ ਇਲਾਕੇ ਦੇ ਸਾਹਮਣੇ ਬੇਇੱਜ਼ਤੀ ਕਰਕੇ ਆਈ ਹਾਂ। ਅਗਲੀ ਸਵੇਰ ਜਦੋਂ ਅਵੇ ਘਰ ਬਾਤੋਂ ਬਾਹਰ ਜਾ ਰਿਹਾ ਸੀ ਤਾਂ ਮੈਂ ਉਸ ਨੂੰ ਪੁੱਛਿਆ, ਤੂੰ ਕਿੱਥੇ ਜਾ ਰਿਹਾ? ਉਸ ਨੇ ਮੈਨੂੰ ਕਿਹਾ, ਮੈਂ ਸਨੇਹਾ ਨੂੰ ਮਿਲਣ ਜਾ ਰਿਹਾ। ਮੈਂ ਉਸ ਨੂੰ ਬਹੁਤ ਰੋਕਿਆ। ਮੈਂ ਉਸ ਨੂੰ ਕਿਹਾ ਕਿ ਮੈਂ ਉਹ ਗਰੀਬ ਕੁੜੀ ਨਾਲ ਤੇਰਾ ਵਿਆਹ ਕਦੇ ਨਹੀਂ ਕਰੂੰਗੀ। ਉਸ ਦੀ ਨਜ਼ਰ ਸਿਰਫ ਤੇਰੀ ਦੌਲਤ ਤੇ ਆ ਜਿਸ ਨੂੰ ਤੂੰ ਨਹੀਂ ਦੇਖ ਸਕਦਾ। ਮੇਰੀਆਂ ਸਾਰੀਆਂ ਗੱਲਾਂ ਸੁਣ ਕੇ ਅਬੇ ਬਾਹਰ ਚਲਾ ਗਿਆ ਤੇ ਉਸ ਨੇ ਮੈਨੂੰ ਕੋਈ ਜਵਾਬ ਨਾ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਹ ਘਰ ਵਾਪਸ ਆਇਆ ਤਾਂ ਉੱਚੀ ਉੱਚੀ ਰੋ ਰਿਹਾ ਸੀ। ਉਹ ਆਪਣੇ ਕਮਰੇ 'ਚ ਚਲਾ ਗਿਆ। ਉਸ ਨੇ ਉੱਥੇ ਰੱਖੀ ਹਰ ਚੀਜ਼ ਨੂੰ ਤੋੜ ਦਿੱਤਾ। ਇੰਜ ਲੱਗ ਰਿਹਾ ਸੀ ਜਿਵੇਂ ਉਹ ਪਾਗਲ ਹੋ ਗਿਆ ਹੋਵੇ। ਮੈਂ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਉਸ ਨੇ ਮੈਨੂੰ ਕੋਈ ਆਵਾਜ਼ ਨਾ ਦਿੱਤੀ ਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ।
ਉਸਨੇ ਸਾਰਾ ਦਿਨ ਕੁਝ ਨਹੀਂ ਖਾਧਾ ਪੀਤਾ। ਮੈਂ ਅਵੇ ਦੀ ਇਹ ਹਾਲਤ ਬਿਲਕੁਲ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ, ਕਿਉਂਕਿ ਮੈਂ ਉਸਦੀ ਮਾਂ ਸੀ। ਉਹ ਮੈਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰਾ ਸੀ। ਮੇਰਾ ਵੱਡਾ ਪੁੱਤਰ ਪਹਿਲਾਂ ਹੀ ਬਿਮਾਰ ਸੀ, ਪਰ ਹੁਣ ਮੈਂ ਆਪਣਾ ਇਹ ਪੁੱਤਰ ਨੂੰ ਗਵਾਉਣਾ ਨਹੀਂ ਚਾਹੁੰਦੀ ਸੀ। ਮੈਂ ਕਿਸੇ ਵੀ ਤਰੀਕੇ ਨਾਲ ਉਸ ਕੁੜੀ ਨੂੰ ਅਜੇ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸ਼ਹਿਰ ਤੋਂ ਬਾਹਰ ਕੱਢ ਦੇਣਾ ਚਾਹੁੰਦੀ ਸੀ, ਕਿਉਂਕਿ ਮੇਰਾ ਮੰਨਣਾ ਸੀ ਕਿ ਜੇਕਰ ਉਹ ਲੋਕ ਇੱਥੋਂ ਚਲੇ ਗਏ ਤਾਂ ਅਵੇ ਦਾ ਉਸ ਕੁੜੀ ਨਾਲੋਂ ਸੰਪਰਕ ਟੁੱਟ ਜਾਵੇਗਾ ਤੇ ਇਸ ਤਰ੍ਹਾਂ ਹੌਲੀ ਹੌਲੀ ਉਹ ਉਸ ਨੂੰ ਭੁੱਲ ਜਾਵੇਗਾ ਅਤੇ ਫਿਰ ਸਭ ਕੁਝ ਠੀਕ ਹੋ ਜਾਵੇਗਾ। ਅਵੇ ਨੇ ਉਸ ਦਿਨ ਸਾਰਾ ਦਿਨ ਆਪਣੇ ਆਪ ਨੂੰ ਕਮਰੇ 'ਚ ਬੰਦ ਰੱਖਿਆ। ਮੈਂ ਦੁਬਾਰਾ ਉਸ ਕੁੜੀ ਦੇ ਘਰ ਗਈ। ਮੈਂ ਉਸ ਕੁੜੀ ਦੇ ਮਾਤਾ ਪਿਤਾ ਨੂੰ ਕਿਹਾ, ਤੁਸੀਂ ਸ਼ਹਿਰ ਤੋਂ ਕਿਤੇ ਦੂਰ ਚਲੇ ਜਾਓ, ਬਦਲੇ ਵਿੱਚ ਤੁਸੀਂ ਮੇਰੇ ਤੋਂ ਜਿੰਨੇ ਮਰਜ਼ੀ ਪੈਸੇ ਲੈ ਲੈਣਾ, ਜੋ ਤੁਹਾਨੂੰ ਮੈਂ ਦੇਣ ਲਈ ਤਿਆਰ ਹਾਂ। ਬਸ ਆਪਣੀ ਧੀ ਨੂੰ ਕਹੋ ਕਿ ਮੇਰੇ ਪੁੱਤਰ ਦਾ ਪਿੱਛਾ ਕਰਨਾ ਬੰਦ ਕਰ ਦੇਵੇ, ਉਸ ਦੀ ਜ਼ਿੰਦਗੀ 'ਚੋਂ ਚਲੀ ਜਾਵੇ। ਫਿਰ ਸਨੇਹਾ ਕਮਰੇ ਤੋਂ ਬਾਹਰ ਆਈ ਤੇ ਮੈਨੂੰ ਕਹਿਣ ਲੱਗੀ ਕਿ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਬੇਟੇ ਨੂੰ ਕਦੇ ਨਹੀਂ ਮਿਲਾਂਗੀ। ਸਨੇਹਾ ਨੇ ਮੈਨੂੰ ਦੱਸਿਆ ਕਿ ਅੱਜ ਵੀ ਉਹ ਮੈਨੂੰ ਮਿਲਣ ਆਇਆ ਸੀ, ਪਰ ਮੈਂ ਉਸ ਨੂੰ ਵਾਪਸ ਭੇਜ ਦਿੱਤਾ ਅਤੇ ਉਸ ਦਾ ਹਰ ਰਿਸ਼ਤਾ ਖਤਮ ਕਰ ਦਿੱਤਾ। ਸਨੇਹਾ ਨੇ ਮੈਨੂੰ ਕਿਹਾ ਕਿ ਸਾਨੂੰ ਤੁਹਾਡੇ ਪੈਸੇ ਨਹੀਂ ਚਾਹੀਦੇ, ਅਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਕਿ ਅਸੀਂ ਅੱਜ ਰਾਤ ਹੀ ਇਸ ਸ਼ਹਿਰ ਨੂੰ ਛੱਡ ਦੇਵਾਂਗੇ। ਤੁਸੀਂ ਕਿਰਪਾ ਕਰਕੇ ਆਪਣੇ ਪੁੱਤਰ ਨੂੰ ਸਮਝਾਓ, ਉਹ ਸਾਡੇ ਪਿੱਛੇ ਨਾ ਆਵੇ ਤੇ ਸਾਨੂੰ ਸ਼ਾਂਤੀਪੂਰਵਕ ਜੀਵਨ ਬਤੀਤ ਕਰਨ ਦੇਵੇ। ਤੁਹਾਡਾ ਪੁੱਤਰ ਹੀ ਮੈਨੂੰ ਹਮੇਸ਼ਾ ਕਹਿੰਦਾ ਹੈ ਕਿ ਜੇ ਮੈਂ ਵਿਆਹ ਕਰਾਂਗਾ ਤਾਂ ਮੈਂ ਸਿਰਫ ਵਿਆਹ ਤੇਰੇ ਨਾਲ ਹੀ ਕਰਾਂਗਾ, ਪਰ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਕਦੇ ਵਿਆਹ ਨਹੀਂ ਕਰਾਂਗੀ, ਕਿਉਂਕਿ ਮੈਂ ਜਾਣਦੀ ਸੀ ਕਿ ਇਹ ਬਿਲਕੁਲ ਨਹੀਂ ਹੋ ਸਕਦਾ, ਕਿਉਂਕਿ ਤੁਹਾਨੂੰ ਸਿਰਫ ਆਪਣਾ ਪੈਸਾ ਪਿਆਰਾ ਹੈ ਤੇ ਤੁਹਾਨੂੰ ਆਪਣੇ ਪੁੱਤਰ ਦੀ ਖੁਸ਼ੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿੰਨਾ ਮੈਂ ਅਵੇ ਤੋਂ ਦੂਰ ਰਹਿੰਦੀ ਸੀ ਤੇ ਅਵੇ ਓਨਾ ਹੀ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਮੈਂ ਉਹੀ ਗਲਤੀ ਕੀਤੀ ਕਿ ਮੈਨੂੰ ਹੌਲੀ ਹੌਲੀ ਉਸ ਨਾਲ ਪਿਆਰ ਹੋਣ ਲੱਗਾ। ਅਵੇ ਨੇ ਮੈਨੂੰ ਸਮਝਾਇਆ ਸੀ ਕਿ ਮੈਂ ਆਪਣੀ ਮਾਂ ਨੂੰ ਮਨਾ ਲਵਾਂਗਾ, ਕਿਉਂਕਿ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਆ ਤੇ ਮੇਰੀ ਖੁਸ਼ੀ ਦਾ ਧਿਆਨ ਜ਼ਰੂਰ ਰੱਖੇਗੀ। ਪਰ ਮੈਨੂੰ ਅਫਸੋਸ ਹੈ ਕਿ ਇੰਨੇ ਵੱਡੇ ਭੁਲੇਖੇ ਵਿੱਚ ਰਹਿ ਰਿਹਾ ਸੀ ਅਤੇ ਉਸ ਦੀ ਮਾਂ ਉਸ ਦੀ ਖੁਸ਼ੀ ਦਾ ਖਿਆਲ ਰੱਖੇਗੀ। ਮੈਂ ਸਨੇਹਾ ਨੂੰ ਕਿਹਾ ਕਿ ਮੈਨੂੰ ਕੁਝ ਸਮਝਾਉਣ ਜਾਂ ਦੱਸਣ ਦੀ ਕੋਈ ਲੋੜ ਨਹੀਂ, ਬਸ ਜਲਦੀ ਤੋਂ ਜਲਦੀ ਤੁਸੀਂ ਇਸ ਸ਼ਹਿਰ ਤੋਂ ਬਾਹਰ ਚਲੇ ਜਾਓ। ਜਦੋਂ ਇਹ ਕਹਿ ਕੇ ਮੈਂ ਘਰ ਆਈ ਤਾਂ ਅਵੇ ਦੀ ਤਬੀਅਤ ਵਿਗੜ ਚੁੱਕੀ ਸੀ। ਮੈਂ ਸੋਚਿਆ ਕਿ ਕੁਝ ਹੀ ਦਿਨਾਂ ਦੀ ਗੱਲ ਆ, ਅਵੇ ਹੌਲੀ ਹੌਲੀ ਠੀਕ ਹੋ ਜਾਵੇਗਾ ਤੇ ਸਨੇਹਾ ਨੂੰ ਭੁੱਲ ਜਾਵੇਗਾ, ਪਰ ਅਜਿਹਾ ਕੁਝ ਨਾ ਹੋਇਆ। ਅਵੇ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਉਸਨੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੱਤਾ। ਫਿਰ ਇੱਕ ਦਿਨ ਅਵੇ ਬੇਹੋਸ਼ ਹੋ ਗਿਆ ਤੇ ਉਸ ਬੇਹੋਸ਼ੀ ਦੀ ਹਾਲਤ ਵਿੱਚ ਉਹ ਸਨੇਹਾ ਦੇ ਨਾਮ ਪੁਕਾਰ ਰਿਹਾ ਸੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮੈਂ ਸਨੇਹਾ ਨਾਲ ਇਸ ਦਾ ਵਿਆਹ ਕਰਵਾ ਦਿੱਤਾ ਤਾਂ ਸ਼ਾਇਦ ਅੱਜ ਮੇਰਾ ਪੁੱਤਰ ਦੀ ਇਹ ਹਾਲਤ ਨਾ ਹੁੰਦੀ। ਉਸ ਦਿਨ ਤਾਂ ਮੇਰਾ ਬੇਟਾ ਹਸਪਤਾਲ ਵਿੱਚ ਦਾਖਲ ਸੀ। ਜਿਸ ਦਿਨ ਅਵੇ ਨੂੰ ਹੋਸ਼ ਆਇਆ, ਉਹ ਰੋਂਦਾ ਹੋਇਆ ਮੈਨੂੰ ਕਹਿ ਰਿਹਾ ਸੀ ਕਿ ਮੰਮੀ, ਮੈਂ ਸਨੇਹਾ ਕੋਲ ਜਾਣਾ ਹੈ। ਮੈਂ ਰੱਬ ਤੁਹਾਡਾ ਭਲਾ ਕਰੇ, ਕਿਰਪਾ ਕਰਕੇ ਮੈਨੂੰ ਸਨੇਹਾ ਨਾਲ ਮਿਲਾ ਦਿਓ। ਬਸ ਇੱਕ ਵਾਰ ਮੈਨੂੰ ਉਸ ਦਾ ਚਿਹਰਾ ਵਿਖਾ ਦਿਓ, ਮੈਂ ਉਸ ਦੇ ਬਿਨਾਂ ਮਰ ਜਾਵਾਂਗਾ। ਮੈਂ ਉਸ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਉਹ ਨਹੀਂ ਚਾਹੁੰਦੀ ਕਿ ਮੈਂ ਉਸ ਨੂੰ ਮਿਲਾਂ। ਮੈਂ ਉਸ ਨੂੰ ਮਿਲਣ ਗਿਆ, ਪਰ ਉਸਨੇ ਮੇਰੇ ਨਾਲ ਆਪਣਾ ਰਿਸ਼ਤਾ ਹੀ ਖਤਮ ਕਰ ਦਿੱਤਾ ਤੇ ਮੈਨੂੰ ਨਹੀਂ ਪਤਾ ਕਿ ਉਹ ਮੈਨੂੰ ਛੱਡ ਕੇ ਕਿੱਥੇ ਚਲੀ ਗਈ। ਹੁਣ ਅਵੇ ਨੂੰ ਮੈਂ ਕਿਵੇਂ ਦੱਸਾਂ ਕਿ ਮੈਂ ਉਸ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਹੈ। ਅਵੇ ਉਸ ਦਿਨ ਦੀ ਗੱਲ ਕਰ ਰਿਹਾ ਸੀ ਜਦੋਂ ਉਹ ਸਨੇਹਾ ਨੂੰ ਮਿਲਣ ਗਿਆ ਸੀ। ਉਸੇ ਦਿਨ ਸਨੇਹਾ ਸ਼ਹਿਰ ਛੱਡ ਕੇ ਗਈ ਸੀ। ਮੈਂ ਅਵੇ ਨੂੰ ਸਮਝਾਇਆ ਕਿ ਬੇਟਾ, ਸਭ ਕੁਝ ਠੀਕ ਹੋ ਜਾਵੇਗਾ। ਜਿਵੇਂ ਹੀ ਤੂੰ ਠੀਕ ਹੋ ਗਿਆ, ਮੈਂ ਤੇਰਾ ਰਿਸ਼ਤਾ ਲੈ ਕੇ ਉਸ ਕੁੜੀ ਦੇ ਘਰ ਚਲੀ ਜਾਵਾਂਗੀ। ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਸਨੇਹਾ ਦਾ ਵਿਆਹ ਤੇਰੇ ਨਾਲ ਹੀ ਕਰਵਾਵਾਂਗੀ ਤੇ ਇਹ ਇੱਧਰ ਉੱਧਰ ਕਿਤੇ ਆਪਣੇ ਰਿਸ਼ਤੇਦਾਰ ਦੇ ਘਰੇ ਗਈ ਹੋਵੇਗੀ, ਕੁਝ ਦਿਨਾਂ ਵਿੱਚ ਹੀ ਵਾਪਸ ਆ ਜਾਵੇਗੀ, ਤੂੰ ਚਿੰਤਾ ਨਾ ਕਰ। ਇਹ ਖਬਰ ਸੁਣ ਕੇ ਅਵੇ ਥੋੜਾ ਖੁਸ਼ ਹੋ ਗਿਆ ਤੇ ਕੁਝ ਹੀ ਦਿਨਾਂ ਵਿੱਚ ਉਹ ਠੀਕ ਹੋ ਗਿਆ। ਜਦੋਂ ਅਸੀਂ ਘਰ ਵਾਪਸ ਆਏ ਤਾਂ ਅਵੇ ਫਿਰ ਸਨੇਹਾ ਨੂੰ ਮਿਲਣ ਗਿਆ, ਪਰ ਉਹ ਬਹੁਤ ਹੀ ਨਿਰਾਸ਼ ਹੋ ਕੇ ਘਰ ਪਰਤਿਆ। ਅਵੇ ਨੇ ਮੈਨੂੰ ਕਿਹਾ ਕਿ ਮੰਮੀ, ਹੁਣ ਤੁਸੀਂ ਹੀ ਮੰਨ ਗਏ ਹੋ, ਤੁਸੀਂ ਵੀ ਵਿਆਹ ਲਈ ਤਿਆਰ ਹੋ, ਪਰ ਪਤਾ ਨਹੀਂ ਕਿਉਂ ਸਨੇਹਾ ਤੇ ਉਸ ਦਾ ਪਰਿਵਾਰ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਗਏ ਹਨ ਤੇ ਉਸ ਦਾ ਨੰਬਰ ਵੀ ਬੰਦ ਆ ਗਿਆ ਰਿਹਾ ਹੈ। ਮੈਂ ਉਹਨਾਂ ਨੂੰ ਕਿੱਥੋਂ ਲੱਭਾਂ? ਮੈਨੂੰ ਪਤਾ ਨਹੀਂ ਕਿ ਉਹ ਕਿੱਥੇ ਗਏ ਹਨ। ਇਸ ਇਲਾਕੇ ਦੇ ਕਈ ਲੋਕਾਂ ਨੂੰ ਪੁੱਛਿਆ, ਪਰ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਗਏ ਹਨ। ਮੈਂ ਅਵੇ ਨੂੰ ਕੁਝ ਨਹੀਂ ਦੱਸਿਆ ਕਿ ਉਹ ਮੇਰੇ ਕਹਿਣ 'ਤੇ ਹੀ ਸ਼ਹਿਰ ਛੱਡ ਕੇ ਗਏ ਹਨ, ਪਰ ਮੈਨੂੰ ਵੀ ਨਹੀਂ ਸੀ ਪਤਾ ਕਿ ਉਹ ਕਿੱਥੇ ਗਏ ਹਨ। ਅਵੇ ਨੇ 6 ਮਹੀਨਿਆਂ ਤੱਕ ਸਨੇਹਾ ਨੂੰ ਲੱਭਿਆ, ਪਰ ਉਹ ਕਿਤੇ ਨਾ ਲੱਭੀ। ਆਖਿਰ ਨਿਰਾਸ਼ ਹੋ ਕੇ ਉਸਨੇ ਸਵੀਕਾਰ ਕਰ ਹੀ ਲਿਆ ਕਿ ਹੁਣ ਉਸਨੂੰ ਸਨੇਹਾ ਕਦੇ ਨਹੀਂ ਮਿਲੇਗੀ
ਤੇ ਫਿਰ ਉਸਨੇ ਫੈਸਲਾ ਲਿਆ ਕਿ ਉਹ ਇਸ ਦੇਸ਼ ਨੂੰ ਛੱਡ ਕੇ ਚਲਾ ਜਾਵੇਗਾ ਤੇ ਕਦੇ ਵਾਪਸ ਨਹੀਂ ਆਵੇਗਾ। ਅਵੇ ਦਾ ਇਹ ਫੈਸਲਾ ਸੁਣ ਕੇ ਮੈਂ ਬਹੁਤ ਦੁਖੀ ਸੀ ਤੇ ਆਪਣੇ ਕੀਤੇ ਤੇ ਪਛਤਾ ਰਹੀ ਸੀ। ਮੈਂ ਅਜਿਹਾ ਕਿਉਂ ਕੀਤਾ? ਜੇ ਮੈਂ ਸਨੇਹਾ ਨਾਲ ਉਸਦਾ ਵਿਆਹ ਕਰਵਾ ਦਿੱਤਾ ਹੁੰਦਾ ਤਾਂ ਘੱਟੋ ਘੱਟ ਮੇਰਾ ਪੁੱਤਰ ਮੇਰੀਆਂ ਅੱਖਾਂ ਦੇ ਸਾਹਮਣੇ ਤਾਂ ਰਹਿ ਜਾਂਦਾ ਤੇ ਕਦੇ ਵੀ ਇਹ ਦੇਸ਼ ਛੱਡ ਕੇ ਨਾ ਜਾਂਦਾ। ਮੈਂ ਅਵੇ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਮੇਰੀ ਇੱਕ ਨਾ ਸੁਣੀ। ਉਸਨੇ ਮੈਨੂੰ ਕਿਹਾ ਕਿ ਮੈਂ ਸਨੇਹਾ ਦੇ ਬਿਨਾਂ ਬਿਲਕੁਲ ਨਹੀਂ ਰਹਿ ਸਕਦਾ ਅਤੇ ਇੱਥੇ ਰਹਿ ਕੇ ਮੈਂ ਸਨੇਹਾ ਨੂੰ ਜ਼ਰੂਰ ਯਾਦ ਕਰਾਂਗਾ। ਇਹ ਸੰਭਵ ਨਹੀਂ ਹੈ। ਮੈਂ ਇਸ ਦੇਸ਼ ਵਿੱਚ ਰਹਾਂ, ਆਪਣੇ ਸ਼ਹਿਰ ਵਿੱਚ ਰਹਾਂ, ਆਪਾਂ ਆਉਂਦੇ ਜਾਂਦੇ ਸਨੇਹਾ ਦੇ ਘਰ ਵੱਲ ਨਾ ਦੇਖਾਂ ਤੇ ਉਸ ਦੀਆਂ ਯਾਦਾਂ ਮੈਨੂੰ ਨਾ ਸਤਾਉਂਦੀਆਂ। ਮੇਰੇ ਲਈ ਉਹੀ ਜੀਵਨ ਨੂੰ ਜੀਣਾ ਹੈ। ਇਸ ਸਭ ਬਾਰੇ ਗੱਲਾਂ ਕਰਨਾ ਮੁਸ਼ਕਲ ਹੋ ਗਿਆ ਹੈ। ਅਵੇ ਬਹੁਤ ਰੋ ਰਿਹਾ ਸੀ ਤੇ ਮੈਂ ਆਪਣੇ ਕੀਤੇ ਤੇ ਪਛਤਾ ਰਹੀ ਸੀ। ਮੈਂ ਆਪਣੀ ਜਿੱਦ ਕਾਰਨ ਆਪਣੇ ਬੇਟੇ ਦੀ ਖੁਸ਼ੀ ਬਰਬਾਦ ਕਰ ਦਿੱਤੀ ਤੇ ਮੈਂ ਉਸ ਦਾ ਵਿਆਹ ਸਨੇਹਾ ਨਾਲ ਕਰ ਦਿੱਤਾ ਹੁੰਦਾ ਤਾਂ ਅੱਜ ਉਹ ਕਿੰਨਾ ਖੁਸ਼ ਹੁੰਦਾ। ਆਪਣੇ ਪੁੱਤਰ ਦੀ ਹਾਲਤ ਲਈ ਸਿਰਫ ਮੈਂ ਹੀ ਜ਼ਿੰਮੇਵਾਰ ਸੀ। ਮੇਰੇ ਕਾਰਨ ਹੀ ਉਸ ਦੀਆਂ ਅੱਖਾਂ ਵਿੱਚ ਇੰਨੇ ਹੰਝੂ ਆ ਗਏ ਤੇ ਉਸ ਦੇ ਬਾਅਦ ਅਵੇ ਅਮਰੀਕਾ ਚਲਾ ਗਿਆ। ਪਰ ਮੈਂ ਸਨੇਹਾ ਨੂੰ ਲੱਭਦੀ ਰਹੀ। ਮੈਂ ਸਨੇਹਾ ਦੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਕਿਹਾ ਸੀ ਕਿ ਜੇਕਰ ਤੁਹਾਨੂੰ ਕਦੇ ਸਨੇਹਾ ਬਾਰੇ ਕੁਝ ਪਤਾ ਲੱਗੇ ਤਾਂ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸਣਾ। ਪਰ ਅਜੀਬ ਗੱਲ ਇਹ ਸੀ ਕਿ ਕਿਸੇ ਨੂੰ ਉਸ ਬਾਰੇ ਪਤਾ ਹੀ ਨਹੀਂ ਸੀ। ਉਸ ਦੇ ਬਾਅਦ ਮੈਂ ਹਰ ਸੋਮਵਾਰ ਉਸ ਬਾਬੇ ਕੋਲ ਜਾਂਦੀ। ਮੈਂ ਸਨੇਹਾ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਨਾ ਚਾਹੁੰਦੀ ਸੀ। ਮੈਂ ਹਰ ਰੋਜ਼ ਬਾਬੇ ਦਾ ਆਸ਼ੀਰਵਾਦ ਲੈਂਦੀ ਤੇ ਬਾਬੇ ਨੂੰ ਕਿਹਾ ਸੀ ਕਿ ਰੱਬ ਅੱਗੇ ਅਰਦਾਸ ਕਰੋ ਕਿ ਮੇਰੇ ਪੁੱਤਰ ਦੀ ਖੁਸ਼ੀ ਵਾਪਸ ਆ ਜਾਵੇ ਅਤੇ ਫਿਰ ਪ੍ਰਮਾਤਮਾ ਨੇ ਮੇਰੀ ਅਰਦਾਸ ਸਵੀਕਾਰ ਕਰ ਲਈ। ਮੈਂ ਸਨੇਹਾ ਨੂੰ ਉੱਥੇ ਬੈਠਿਆਂ ਦੇਖਿਆ। ਜਦੋਂ ਉਸ ਨੂੰ ਮੈਂ ਉੱਥੇ ਦੇਖਿਆ ਤਾਂ ਮੈਂ ਖੁਸ਼ ਹੋਈ ਤੇ ਉਸ ਨੂੰ ਆਪਣੇ ਘਰ ਲੈ ਆਈ। ਸਨੇਹਾ ਨੇ ਮੈਨੂੰ ਦੱਸਿਆ ਕਿ ਜਿਸ ਰਾਤ ਮੈਂ ਸ਼ਹਿਰ ਛੱਡ ਕੇ ਜਾ ਰਹੀ ਸੀ ਉਸੇ ਰਾਤ ਉਸਦੇ ਮਾਤਾ ਪਿਤਾ ਉਸ ਨੂੰ ਦੁਰਘਟਨਾ ਵਿੱਚ ਇਕੱਲੇ ਛੱਡ ਗਏ। ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਸਨੇਹਾ ਪੂਰੀ ਤਰ੍ਹਾਂ ਇਕੱਲੀ ਰਹਿ ਗਈ ਤੇ ਉਹ ਹਾਦਸੇ ਵਿੱਚ ਸਨੇਹਾ ਨੇ ਆਪਣੇ ਦੋਵਾਂ ਅੱਖਾਂ ਵੀ ਗਵਾ ਦਿੱਤੀਆਂ ਸਨ। ਇਹ ਸੁਣ ਕੇ ਮੈਂ ਵੀ ਰੋਣ ਲੱਗੀ ਕਿਉਂਕਿ ਇਹ ਸਭ ਉਸ ਨਾਲ ਮੇਰੇ ਕਾਰਨ ਹੋਇਆ ਸੀ। ਜੇ ਮੈਂ ਉਸ ਨੂੰ ਇਸ ਤਰ੍ਹਾਂ ਸ਼ਹਿਰ ਛੱਡਣ ਲਈ ਨਾ ਕਿਹਾ ਹੁੰਦਾ ਤਾਂ ਉਸ ਨਾਲ ਇੰਨਾ ਵੱਡਾ ਹਾਦਸਾ ਨਾ ਵਾਪਰਦਾ। ਫਿਰ ਮੈਂ ਫੈਸਲਾ ਕੀਤਾ ਕਿ ਮੈਂ ਸਨੇਹਾ ਦਾ ਵਿਆਹ ਅਵੇ ਨਾਲ ਜ਼ਰੂਰ ਕਰਾਂਗੀ। ਜਿਵੇਂ ਹੀ ਅਵੇ ਵਾਪਸ ਆਇਆ ਤਾਂ ਉਹ ਸਨੇਹਾ ਨੂੰ ਦੇਖ ਕੇ ਖੁਸ਼ ਹੋ ਗਿਆ। ਅਵੇ ਨੂੰ ਖੁਸ਼ ਦੇਖ ਕੇ ਮੈਂ ਬੇਫਿਕਰ ਹੋ ਗਈ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਪਲ ਵੀ ਆਰਾਮ ਮਹਿਸੂਸ ਨਹੀਂ ਕੀਤਾ ਸੀ। ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਮੇਰੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ। ਪਰ ਜਦੋਂ ਮੇਰੇ ਪੁੱਤਰ ਹੀ ਖੁਸ਼ ਨਹੀਂ ਤਾਂ ਮੈਂ ਇਸ ਪੈਸੇ ਦਾ ਕੀ ਕਰਨਾ ਸੀ? ਅਤੇ ਮੈਂ ਜਾਣਦੀ ਸੀ ਕਿ ਤੇਰੇ ਦਿਲ ਵਿੱਚ ਕੀ ਸੀ, ਤੂੰ ਕੀ ਚਾਹੁੰਦੀ ਸੀ। ਮੈਂ ਵੀ ਸੋਚਿਆ ਸੀ ਕਿ ਜੇ ਸਨੇਹਾ ਮੇਰੇ ਪੁੱਤਰ ਦੀ ਜ਼ਿੰਦਗੀ ਵਿੱਚ ਨਾ ਹੁੰਦੀ ਤਾਂ ਮੈਂ ਜ਼ਰੂਰ ਤੈਨੂੰ ਅਵੇ ਦੀ ਪਤਨੀ ਬਣਾ ਦਿੰਦੀ। ਪਰ ਪੁੱਤਰ, ਮੈਂ ਬੇਵੱਸ ਹਾਂ। ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਜਿਵੇਂ ਤੂੰ ਚਾਹੁੰਦੀ ਆ। ਇਸ ਲਈ ਤੂੰ ਮੇਰੀ ਬੇਟੀ ਆ। ਜਿਸ ਤਰ੍ਹਾਂ ਤੂੰ ਮੇਰੀ ਸੇਵਾ ਕੀਤੀ ਆ ਉਸ ਦਾ ਫਲ ਰੱਬ ਨੇ ਜ਼ਰੂਰ ਦਿੱਤਾ ਹੈ। ਹੁਣ ਮੈਂ ਉਹੀ ਕਰਾਂਗੀ, ਉਹੀ ਕਹਾਂਗੀ ਜੋ ਤੁਸੀਂ ਚਾਹੋਗੇ। ਜੇ ਤੂੰ ਵਿਆਹ ਕਰਵਾਉਣਾ ਚਾਹੁੰਦੀ ਆ ਤਾਂ ਮੈਨੂੰ ਦੱਸ ਦੇ। ਤੇਰੇ ਲਈ ਸਭ ਤੋਂ ਵਧੀਆ ਰਿਸ਼ਤਾ ਲੱਭਾਂਗੀ ਤੇ ਤੇਰਾ ਵਿਆਹ ਉਸ ਪਰਿਵਾਰ 'ਚ ਕਰਾਂਗੀ। ਪਰ ਅਵੇ ਦੀ ਖੁਸ਼ੀ ਹਮੇਸ਼ਾ ਸਨੇਹਾ ਨਾਲ ਹੀ ਸੀ। ਉਹ ਤੇਰੇ ਨਾਲ ਕਦੇ ਵੀ ਸੁਖੀ ਜੀਵਨ ਨਹੀਂ ਜੀ ਸਕਦਾ ਸੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਜੋ ਵੀ ਦੌਲਤ ਆ ਮੈਂ ਤੈਨੂੰ ਦੇ ਦਿੱਤੀ ਹੈ। ਅੱਧਾ ਹਿੱਸਾ ਤੇਰਾ ਹੋਵੇਗਾ ਤੇ ਅੱਧਾ ਹਿੱਸਾ ਅਵੇ ਦਾ ਹੋਵੇਗਾ। ਪਰ ਫਿਰ ਵੀ ਜੇਕਰ ਤੂੰ ਆਪਣੀ ਜ਼ਿੰਦਗੀ ਦਾ ਕੋਈ ਵੀ ਫੈਸਲਾ ਲੈਣਾ ਚਾਹੁੰਦੀ ਆ ਤਾਂ ਤੈਨੂੰ ਪੂਰਾ ਅਧਿਕਾਰ ਆ। ਜੋ ਤੂੰ ਕਹੇਂਗੀ ਉਹੀ ਹੋਵੇਗਾ। ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਮੈਨੂੰ ਉਸੇ ਸਮੇਂ ਅਹਿਸਾਸ ਹੋਇਆ ਕਿ ਜੋ ਕੁਝ ਮੈਂ ਸੋਚ ਰਹੀ ਸੀ ਉਹ ਬਹੁਤ ਗਲਤ ਸੀ। ਮੈਂ ਆਪਣੇ ਪਰਿਵਾਰ ਦਾ ਪਿਆਰ ਵੀ ਨਹੀਂ ਦੇਖ ਸਕੀ। ਜੇਕਰ ਉਹ ਚਾਹੁੰਦੇ ਤਾਂ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਮੈਨੂੰ ਆਪਣੀ ਮਾਂ ਕੋਲ ਭੇਜ ਸਕਦੇ ਸੀ। ਪਰ ਉਹਨਾਂ ਨੇ ਮੇਰੇ ਨਾਲ ਅਜਿਹਾ ਕੁਝ ਨਹੀਂ ਕੀਤਾ ਤੇ ਮੇਰੀ ਸੱਸ ਨੇ ਮੈਨੂੰ ਆਪਣੀ ਧੀ ਬਣਾ ਕੇ ਆਪਣੇ ਕੋਲ ਰੱਖਿਆ। ਮੇਰੀ ਸੱਸ ਨੇ ਅੱਗੇ ਕਿਹਾ ਕਿ ਪੁੱਤਰ, ਆਪਣੇ ਦਿਲ ਵਿੱਚ ਕੋਈ ਪਛਤਾਵਾ ਨਾ ਰੱਖ ਕਿ ਮੈਂ ਆਪਣੇ ਬਿਮਾਰ ਪੁੱਤਰ ਨਾਲ ਵਿਆਹ ਕਰਵਾ ਕੇ ਤੇਰੀ ਜ਼ਿੰਦਗੀ ਖਰਾਬ ਕਰ ਦਿੱਤੀ। ਇਸ ਲਈ ਮੈਂ ਆਪਣੇ ਵੱਡੇ ਪੁੱਤਰ ਦਾ ਵਿਆਹ ਤੇਰੇ ਨਾਲ ਕੀਤਾ ਸੀ ਕਿਉਂਕਿ ਡਾਕਟਰਾਂ ਨੇ ਮੈਨੂੰ ਉਮੀਦ ਦਿੱਤੀ ਸੀ ਕਿ ਤੇਰਾ ਪੁੱਤਰ ਠੀਕ ਹੋ ਜਾਵੇਗਾ ਜੇ ਇਸ ਦਾ ਵਿਆਹ ਹੋ ਜਾਵੇਗਾ। ਇਸ ਤਰ੍ਹਾਂ ਕਰਕੇ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆ ਜਾਣਗੀਆਂ। ਉਸ ਅੰਦਰ ਜਿਉਣ ਦਾ ਜਜ਼ਬਾ ਜਾਗ ਜਾਵੇਗਾ। ਪਰ ਮੈਨੂੰ ਬਹੁਤ ਘੱਟ ਪਤਾ ਸੀ ਕਿ ਉਸ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਸੀ। ਇਸ ਦੇ ਨਾਲ ਹੀ ਮੈਂ ਆਪਣੀ ਸੱਸ ਨੂੰ ਕਿਹਾ, ਮੰਮੀ ਜੀ, ਮੈਂ ਹੁਣ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਨਾਲ ਬਿਤਾਵਾਂਗੀ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਖੁਸ਼ੀਆਂ ਮਿਲਣਗੀਆਂ
ਜਿੰਨੀਆਂ ਖੁਸ਼ੀਆਂ ਮੈਨੂੰ ਮਿਲੀਆਂ ਹਨ। ਪਰ ਇਹ ਘਰ ਵਿੱਚ ਜੋ ਕੁਝ ਤੁਸੀਂ ਮੈਨੂੰ ਦਿੱਤਾ ਉਹ ਮੇਰੇ ਲਈ ਬਹੁਤ ਆ। ਮੈਨੂੰ ਹੁਣ ਹੋਰ ਕੁਝ ਨਹੀਂ ਚਾਹੀਦਾ। ਮੇਰੀ ਸੱਸ ਨੇ ਮੈਨੂੰ ਜੱਫੀ ਪਾ ਕੇ ਕਿਹਾ, ਤੂੰ ਮੇਰੀ ਧੀ ਆ, ਹਮੇਸ਼ਾ ਮੇਰੀ ਧੀ ਹੀ ਰਹੇਗੀ। ਤੇ ਮੈਂ ਆਪਣੀ ਸੱਸ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਉਸ ਸਮੇਂ ਮੈਂ ਆਪਣੀ ਸੱਸ ਨੂੰ ਕਿਹਾ, ਮੰਮੀ ਜੀ, ਮੈਂ ਅਵੇ ਅਤੇ ਉਸ ਦੀ ਪਤਨੀ ਨੂੰ ਉਹਨਾਂ ਦੇ ਕਮਰੇ ਵਿੱਚ ਹੀ ਖਾਣਾ ਦੇਵਾਂਗੀ। ਤੇ ਮੈਂ ਆਪਣੀ ਸੱਸ ਨੂੰ ਕਿਹਾ ਕਿ ਹੁਣ ਤੁਸੀਂ ਉਹਨਾਂ ਦੀ ਬਿਲਕੁਲ ਵੀ ਚਿੰਤਾ ਨਾ ਕਰੋ, ਮੈਂ ਆਪਣੇ ਦਿਓਰ ਤੇ ਦਰਾਣੀ ਦੀ ਬਹੁਤ ਦੇਖਭਾਲ ਕਰਾਂਗੀ। ਜੇ ਉਸ ਦੀਆਂ ਅੱਖਾਂ ਨਹੀਂ ਹਨ ਤਾਂ ਫਿਰ ਕੀ ਹੋਇਆ, ਉਹ ਮੇਰੀ ਭੈਣ ਵਰਗੀ ਆ। ਮੈਂ ਉਸ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੋਣ ਦੇਵਾਂਗੀ ਕਿ ਉਸ ਨੂੰ ਕੁਝ ਨਹੀਂ ਦਿਖ ਸਕਦਾ। ਮੈਂ ਉਸ ਦੀ ਬਹੁਤ ਚੰਗੀ ਦੇਖਭਾਲ ਕਰਾਂਗੀ। ਮੇਰੀ ਸੱਸ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਅਸੀਸ ਦਿੱਤੀ ਕਿ ਹਾਂ, ਤੂੰ ਮੇਰੀ ਧੀ ਆ। ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਜਿਵੇਂ ਹੀ ਮੈਂ ਖਾਣਾ ਬਣਾ ਕੇ ਲੈ ਕੇ ਅਵੇ ਦੇ ਕਮਰੇ ਵਿੱਚ ਗਈ ਤਾਂ ਅਵੇ ਦੇ ਕਮਰੇ ਵਿੱਚ 3 ਹੋਰ ਡਾਕਟਰ ਬੈਠੇ ਸਨ ਤੇ ਉਹਨਾਂ ਦਾ ਸੁਨੇਹਾ ਬਾਰੇ ਗੱਲਾਂ ਕਰ ਰਹੇ ਸੀ। ਉਹ ਕਹਿ ਰਹੇ ਸੀ ਕਿ ਮੈਂ ਤੁਹਾਨੂੰ ਇਸ ਕੁੜੀ ਬਾਰੇ ਦੱਸਦਾ ਸੀ। ਇਹ ਉਹ ਕੁੜੀ ਸੁਨੇਹਾ ਹੈ ਜਿਸ ਨੂੰ ਮੈਂ ਬਹੁਤ ਪਿਆਰ ਕਰਦਾ ਸੀ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਸੁਨੇਹਾ ਮਿਲੀ ਆ। ਮੈਂ ਉਸ ਦੇ ਨਾਲ ਬਹੁਤ ਖੁਸ਼ ਹਾਂ। ਮੈਂ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਕਰ ਸਕਦਾ ਕਿ ਮੈਂ ਆਪਣਾ ਪਿਆਰ ਪਾ ਲਿਆ। ਅਵੇ ਦਾ ਡਾਕਟਰ ਦੋਸਤ ਸੁਨੇਹਾ ਦੀ ਬਹੁਤ ਤਾਰੀਫ ਕਰ ਰਿਹਾ ਸੀ ਤੇ ਉਹ ਤਾਰੀਫ ਦੇ ਲਾਇਕ ਵੀ ਸੀ ਕਿਉਂਕਿ ਸੁਨੇਹਾ ਬਹੁਤ ਸੋਹਣੀ ਕੁੜੀ ਸੀ। ਅਵੇ ਦਾ ਦੋਸਤ ਜੋ ਡਾਕਟਰ ਸੀ ਅਵੇ ਨੂੰ ਕਹਿ ਰਿਹਾ ਸੀ, ਸੁਨੇਹਾ ਨੂੰ ਅਮਰੀਕਾ ਲੈ ਆਓ, ਉਹ ਆਪਰੇਸ਼ਨ ਕਰ ਦੇਵੇਗਾ ਤੇ ਸੁਨੇਹਾ ਦੀਆਂ ਅੱਖਾਂ ਵਾਪਸ ਆ ਜਾਣਗੀਆਂ। ਇਹ ਸੁਣ ਕੇ ਮੈਂ ਹੋਰ ਵੀ ਖੁਸ਼ ਹੋ ਗਈ। ਉਸ ਦੀਆਂ ਅੱਖਾਂ ਦੀ ਰੌਸ਼ਨੀ ਇੱਕ ਵਾਰ ਫਿਰ ਤੋਂ ਵਾਪਸ ਆ ਜਾਵੇਗੀ ਤੇ ਫਿਰ ਅਸੀਂ ਦੋਵੇਂ ਦਰਾਣੀ ਜਠਾਣੀ ਇਸ ਘਰ ਵਿੱਚ ਖੁਸ਼ੀ ਨਾਲ ਰਵਾਂਗੀਆਂ। ਦੋਸਤੋ, ਤੁਸੀਂ ਕੀ ਸੋਚਦੇ ਹੋ? ਮੈਨੂੰ ਵਿਆਹ ਕਰਵਾ ਕੇ ਸੈਟਲ ਹੋਣਾ ਚਾਹੀਦਾ ਹੈ ਜਾਂ ਇਸ ਪਰਿਵਾਰ ਨਾਲ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ? ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।